ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰਾਂ ਵਿੱਚ ਫਿਰ ਤੋਂ ਸਵਾਗਤ ਹੈ ਅਤੇ ਅੱਜ ਇਹ ਲੈਕਚਰ ਨੰਬਰ 16ਵਾਂ ਹੈ। ਅਸੀਂ ਦੋ ਵੇਰੀਏਬਲਸ ਦੇ ਫੰਕਸ਼ਨਸ ਲਈ ਟੇਲਰਜ਼ ਥਿਓਰਮ ਦੇ ਬਾਰੇ ਪੜ੍ਹਾਂਗੇ। ਸਿੰਗਲ ਵੇਰੀਏਬਲ ਦੇ ਫੰਕਸ਼ਨ ਦੀ ਟੇਲਰਜ਼ ਥਿਓਰਮ ਕੀ ਹੈ ਸਾਨੂੰ ਯਾਦ ਕਰਨ ਦੀ ਲੋੜ ਹੈ। ਸੋ ਮੰਨ ਲਓ ਕਿ f ਕੋਲ ਆਰਡਰ n+1 ਤੱਕ ਸਾਰੇ ਡੈਰੀਵੇਟਿਵਜ਼ ਹਨ। ਕੁਝ ਇੰਟਰਵਲ ਵਿੱਚ ਪੁਆਇੰਟ x x0 ਦੇ ਇਕੁਅਲ ਹੁੰਦਾ ਹੈ। ਅਤੇ ਉਸ ਕੇਸ ਵਿੱਚ ਅਸੀਂ ਇਹ f(x0 + h) ਲਿਖ ਸਕਦੇ ਹਾਂ। ਇਹ x0 ਦੇ ਨੇਬਰਹੁੱਡ ਵਿੱਚ ਇੱਕ ਪੁਆਇੰਟ ਹੈ। ਅਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ f(x0 + h) ਫਸਟ ਆਰਡਰ ਡੈਰੀਵੇਟਿਵ ਐਟ x0 h² ਬਾਈ ਫੈਕਟੋਰੀਅਲ 2 ਸੈਕਿੰਡ ਆਰਡਰ ਡੈਰੀਵੇਟਿਵ ਅਤੇ ਇਸ ਤਰ੍ਹਾਂ ਅੱਗੇ। ਇਹਨਾਂ ਹਾਇਰ ਆਰਡਰ ਡੈਰੀਵੇਟਿਵਜ਼ ਪਲੱਸ ਰੀਮਾਈਂਡਰ ਟਰਮ ਦੇ ਰੂਪ ਵਿੱਚ ਕਿਉਂਕਿ ਸਾਡੇ ਕੋਲ ਇੱਥੇ ਇਕੁਆਲਿਟੀ ਹੈ ਸੋ ਇਸ ਨੂੰ ਟੇਲਰਜ਼ ਪੋਲੀਨੋਮੀਅਲ ਕਿਹਾ ਜਾਂਦਾ ਹੈ। ਅਤੇ ਫਿਰ ਇਹ ਇਸ ਟੇਲਰ ਪੋਲੀਨੋਮੀਅਲ ਵਿੱਚ ਰੀਮਾਈਂਡਰ ਐਰਰ ਟਰਮ ਹੈ ਜੋ ਕਿ h ਪਾਵਰ ਨਾਲ ਪ੍ਰਦਰਸ਼ਿਤ ਹੁੰਦੀ ਹੈ। ਸੋ ਕੰਟੀਨਿਊਏਸ਼ਨ ਦੁਬਾਰਾ ਇਸ ਲਈ h ਪਾਵਰ n+1 ਓਵਰ n ਪਲੱਸ ਫੈਕਟੋਰੀਅਲ। ਅਤੇ ਫਿਰ ਸਾਡੇ ਕੋਲ n+1 ਡੈਰੀਵੇਟਿਵ ਹੈ ਕੁਝ ਪੁਆਇੰਟਸ i ਤੇ ਜੋ ਇਹਨਾਂ ਦੋ ਪੁਆਇੰਟ ਦੇ ਵਿਚਕਾਰ ਹੈ ਤਾਂ x0 ਜਿੱਥੇ ਅਸੀਂ ਇਸ ਦਾ ਵਿਸਤਾਰ ਕੀਤਾ ਹੈ ਅਤੇ ਪੁਆਇੰਟ ਜੋ ਅਸੀਂ ਇੱਥੇ ਮੰਨ ਰਹੇ ਹਾਂ x0 + h। ਇਸ ਲਈ ਜਾਂ x ਹਾਂ ਇਹ x0 + h ਹੈ ਯਾਨੀ x ਇਸ x0 ਦੇ ਨੇਬਰਹੁੱਡ ਵਿੱਚ ਪੁਆਇੰਟ। ਇਹ ਪੁਆਇੰਟ ਇੱਥੇ xi ਜਿੱਥੇ ਅਸੀਂ ਇਸ n+1 ਡੈਰੀਵੇਟਿਵ ਦਾ ਮੁਲਾਂਕਣ ਕੀਤਾ ਹੈ। ਇਹ ਗਿਆਤ ਨਹੀਂ ਹੈ ਪਰ ਇਹ ਮੌਜੂਦ ਹੈ ਅਤੇ ਇਹ ਕਿਤੇ x0 ਅਤੇ x0 + h ਦੇ ਵਿੱਚ ਹੈ। ਇਸ ਲਈ ਠੀਕ ਹੈ ਅਸੀਂ ਵੀ ਇੱਥੇ ਲਿਖ ਸਕਦੇ ਹਾਂ x0 + h। ਇਹ ਪੁਆਇੰਟ ਇੱਥੇ x0 ਅਤੇ x0 + h ਦੇ ਵਿਚਕਾਰ ਹੈ। ਹੁਣ ਦੋ ਵੇਰੀਏਬਲ ਦੇ ਫੰਕਸ਼ਨ ਲਈ ਟੇਲਰਜ਼ ਥਿਓਰਮ। ਇਸ ਲਈ ਸਾਡੇ ਕੋਲ ਦੁਬਾਰਾ ਫੰਕਸ਼ਨ ਕਿਸੇ ਡੋਮੇਨ D ਵਿੱਚ ਪਰਿਭਾਸ਼ਿਤ ਕੀਤਾ ਹੈ। ਅਸੀਂ ਸਾਡੇ ਕੋਲ ਜੋ n+1 ਆਰਡਰ ਤੱਕ ਕੰਟੀਨਿਊਅਸ ਪਾਰਸ਼ਲ ਆਰਡਰ ਡੈਰੀਵੇਟਿਵ ਹੈ ਜੋ ਇੱਥੇ ਪੁਆਇੰਟ ਦੇ ਕਿਸੇ ਨੇਬਰਹੁੱਡ ਵਿੱਚ ਡੋਮੇਨ ਵਿੱਚ x0 y0 ਹੈ। ਫਿਰ ਅਸੀਂ ਇੱਥੇ ਦਰਸਾ ਸਕਦੇ ਹਾਂ ਇਹ f(x0 + h y0 + k) ਇਸ ਲਈ ਦੁਬਾਰਾ ਇਹ ਇਸ x0 y0 ਦੇ ਨੇਬਰਹੁੱਡ ਵਿੱਚ ਇੱਕ ਪੁਆਇੰਟ ਹੈ ਅਤੇ ਅਸੀਂ ਇਸ ਐਕਸਪ੍ਰੈਸ਼ਨ ਦੁਆਰਾ ਨੇਬਰਹੁੱਡ ਦੇ ਕਿਸੇ ਹੋਰ ਪੁਆਇੰਟ ਤੇ ਇਹ ਫੰਕਸ਼ਨ ਵੈਲਿਊ ਪ੍ਰਾਪਤ ਕਰ ਸਕਦੇ ਹਾਂ ਤਾਂ f(x0 + y0 x0 y0 ਅਤੇ ਫਿਰ ਇਹ ਫਸਟ ਆਰਡਰ ਟਰਮਜ਼ ਹੁਣ ਹਨ। ਸਾਡੇ ਕੋਲ ਪਾਰਸ਼ਲ ਡੈਰੀਵੇਟਿਵ ਹੈ ਇਹ ਫਸਟ ਆਰਡਰ ਪਾਰਸ਼ਲ ਡੈਰੀਵੇਟਿਵ ਹਨ। ਇਸ ਲਈ x ਦੇ ਸੰਬੰਧ ਵਿੱਚ h ਪਾਰਸ਼ਲ ਡੈਰੀਵੇਟਿਵ c ਅਤੇ y ਦੇ ਸੰਬੰਧ ਵਿੱਚ k ਨਾਲ ਪਾਰਸ਼ਲ ਡੈਰੀਵੇਟਿਵ c। ਅਤੇ ਫਿਰ ਸਾਡੇ ਕੋਲ 1 ਓਵਰ ਫੈਕਟੋਰੀਅਲ ਟਰਮਜ਼ ਹੈ ਜੋ ਸਿੰਗਲ ਵੇਰੀਏਬਲ ਕੇਸ ਦੇ ਸਿਮਿਲਰ ਹੈ। ਅਤੇ ਫਿਰ ਇੱਥੇ ਸਾਡੇ ਕੋਲ ਇਹ ਹਾਇਰ ਆਰਡਰ ਟਰਮਜ਼ ਹੈ ਜੋ ਅਸੀਂ ਹੁਣ ਪ੍ਰੂਫ ਵਿੱਚ ਲਵਾਂਗੇ। ਇਸ ਤੋਂ ਸਾਡਾ ਕੀ ਮਤਲਬ ਹੈ h ਪਾਰਸ਼ਲ ਡੈਰੀਵੇਟਿਵ ਜੋ x ਦੇ ਸੰਬੰਧ ਵਿੱਚ ਹੈ ਪਲੱਸ k ਪਾਰਸ਼ਲ ਡੈਰੀਵੇਟਿਵ y ਅਤੇ ਫਿਰ ਹੋਲ ਸਕੁਏਅਰ। ਇਸ ਲਈ ਸਾਨੂੰ ਇੱਥੇ ਥੋੜਾ ਇੰਤਜ਼ਾਰ ਕਰਨ ਦੀ ਲੋੜ ਹੈ। ਅਤੇ ਫਿਰ ਇਹ ਇਸ n ਅਤੇ 1 ਓਵਰ ਫੈਕਟੋਰੀਅਲ n ਅਤੇ f(x0 y0 ਇਸ ਲਈ ਇਹ ਪਾਰਸ਼ਲ ਡੈਰੀਵੇਟਿਵਜ਼ x0 y0 ਉੱਤੇ ਸਾਰੇ ਪਾਰਸ਼ਲ ਡੈਰੀਵੇਟਿਵ ਇੱਥੇ ਮੁਲਾਂਕਣ ਕੀਤੇ ਜਾਣਗੇ। ਅਤੇ ਫਿਰ ਇੱਥੇ ਬਾਕੀ ਟਰਮ ਰੀਮਾਈਂਡਰ ਟਰਮ ਜੋ ਦੁਬਾਰਾ ਇਹਨਾਂ ਟਰਮਜ਼ ਦੀ ਕੰਟੀਨਿਊਏਸ਼ਨ ਹੈ ਅਤੇ ਫਰਕ ਸਿਰਫ ਇਹ ਹੈ ਕਿ ਇਹ ਪੁਆਇੰਟ ਇੱਥੇ n+1 ਡੈਰੀਵੇਟਿਵ ਦਾ ਆਰਗੂਮੈਂਟ ਹੈ ਜੋ ਕਿ ਇਸ ਟਰਮ ਦੇ ਕਾਰਨ ਦਿਖਾਈ ਦੇਵੇਗਾ ਇਸਦਾ ਇੱਥੇ ਮੁਲਾਂਕਣ ਹੋਵੇਗਾ ਜੋ x0 + θ h y0 + θ k ਅਤੇ ਇਹ θ0 ਅਤੇ 1 ਦੇ ਵਿਚਕਾਰ ਹੋਵੇਗਾ। ਇਸ ਦਾ ਮਤਲਬ ਹੈ ਦੁਬਾਰਾ ਇਹ ਪੁਆਇੰਟ ਇੱਥੇ ਹੈ ਇਸ x0 y0 ਦੇ ਵਿਚਕਾਰ ਅਤੇ ਇਹ ਪੁਆਇੰਟ ਇੱਥੇ x0 + h y0 + k ਹੈ ਤਾਂ ਇਹ ਪਹਿਲਾ ਆਰਗੂਮੈਂਟ x0 ਤੋਂ x0 + h ਵਿੱਚ ਵੱਖਰਾ ਹੋਏਗਾ ਜਦੋਂ θ 0 ਤੋਂ 1 ਵਿੱਚ ਵੱਖਰਾ ਹੋਏਗਾ। ਇਸੇ ਤਰ੍ਹਾਂ ਇੱਥੇ y0 y0 ਤੋਂ ਜਾਂ y0 ਤੋਂ y0 + k ਵਿੱਚ ਵੱਖਰਾ ਹੋ ਸਕਦਾ ਹੈ ਜਦੋਂ ਇਹ θ 0 ਤੋਂ 1 ਵਿੱਚ ਵੱਖਰਾ ਹੁੰਦਾ ਹੈ। ਅਸੀਂ ਸਿਰਫ ਇਸ ਰਿਜ਼ਲਟ ਦਾ ਪ੍ਰੂਫ ਦੇਖਾਂਗੇ। ਇਹ ਦੋ ਵੇਰੀਏਬਲਸ ਲਈ ਟੇਲਰਜ਼ ਥਿਓਰਮ ਹੈ ਅਤੇ ਅਸੀਂ ਆਸਾਨ ਕਰਨ ਲਈ ਹੀ ਲਵਾਂਗੇ n ਇਕੁਅਲ ਹੈ 2 ਦੇ ਜਿਸਦਾ ਮਤਲਬ ਹੈ ਤੁਸੀਂ ਆਰਡਰ 3 ਤੱਕ ਦੇ ਐਕਸਪੈਂਸ਼ਨ ਵਿੱਚ ਟਰਮਜ਼ ਨੂੰ ਕੰਸੀਡਰ ਕਰੋਗੇ। ਅਸੀਂ ਲਵਾਂਗੇ x x0 + th ਦੇ ਇਕੁਅਲ ਹੈ ਅਤੇ y y0 + th ਅਤੇ t ਕੋਈ ਪੈਰਾਮੀਟਰ ਹੈ ਇਸ ਇੰਟਰਵਲ 0 ਅਤੇ 1 ਤੋਂ 0 ਅਤੇ 1 ਸਮੇਤ। ਇਸ ਦੇ ਨਾਲ ਅਸੀਂ ਹੁਣ ਇੱਕ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ phi t ਉਹੀ ਫੰਕਸ਼ਨ f(x0 + th y0 + tk। ਇਹ h ਅਤੇ k ਪਹਿਲਾਂ ਹੀ ਐਕਸਪੈਂਸ਼ਨ ਵਿੱਚ ਦਿੱਤੇ ਗਏ ਸਨ ਜੋ ਕਿਸੇ ਤਰ੍ਹਾਂ ਫਿਕਸਡ x0 y0 ਹਨ ਉਹ ਪੁਆਇੰਟ ਵੀ ਫਿਕਸਡ ਹੈ।
ਅਤੇ ਫਿਰ ਇਹ t ਇੱਥੇ ਅਲੱਗ ਹੁੰਦਾ ਹੈ। ਇਸ ਇੰਟਰਵਲ 0 ਅਤੇ 1 ਵਿੱਚ ਇਹ ਫੰਕਸ਼ਨ ਇੱਥੇ f(x0 + th) ਅਤੇ y0 + tk। ਇਸ x0 ਅਤੇ y0 ਫਿਕਸਡ ਹੋਣ ਤੇ h ਅਤੇ k ਫਿਕਸਡ। ਸਾਡੇ ਕੋਲ ਵੇਰੀਏਬਲ t ਹੈ, ਇਸ ਲਈ ਅਸੀਂ ਇਸ ਨੂੰ t ਦੇ ਫੰਕਸ਼ਨ ਇੱਕ ਵੇਰੀਏਬਲ ਦੇ ਫੰਕਸ਼ਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਹੈ। ਅਤੇ ਇੱਕ ਵੇਰੀਏਬਲ ਦੇ ਫੰਕਸ਼ਨ ਲਈ ਅਸੀਂ ਇੱਥੇ ਡੈਰੀਵੇਟਿਵ ਪ੍ਰਾਪਤ ਕਰ ਸਕਦੇ ਹਾਂ ਜੋ t ਦੇ ਸੰਬੰਧ ਵਿੱਚ ਹੈ। t ਦੇ ਸੰਬੰਧ ਵਿੱਚ ਇਹ ਡੈਰੀਵੇਟਿਵ ਅਤੇ ਯਾਦ ਰੱਖੋ ਕਿ ਇਹ ਇੱਕ ਕੰਪੋਜ਼ਿਟ ਫੰਕਸ਼ਨ ਵਰਗਾ ਹੈ, ਇਸ ਲਈ ਇੱਥੇ ਸਾਡੇ ਕੋਲ ਹੈ ਜਿਵੇਂ ਕਿ x ਅਤੇ ਇੱਥੇ ਸਾਡੇ ਕੋਲ y ਹੈ ਜਿੱਥੇ x x0 + a th ਹੈ ਅਤੇ ਇਹ y y0 + tk ਹੈ। ਇਸ ਲਈ ਉਸ ਅੰਤਰ ਦੁਆਰਾ ਜੋ ਅਸੀਂ ਪਹਿਲਾਂ ਪੜ੍ਹਿਆ ਹੈ ਅਸੀਂ ਇਸ phi ਪ੍ਰਾਈਮ t ਨੂੰ ਕੰਪਿਊਟ ਕਰ ਸਕਦੇ ਹਾਂ। t ਦੇ ਸੰਬੰਧ ਵਿੱਚ phi ਦਾ ਡੈਰੀਵੇਟਿਵ ਓਵਰ t ਦੇ ਸੰਬੰਧ ਵਿੱਚ ਇਸ f ਦਾ ਡੈਰੀਵੇਟਿਵ ਕਿਉਂਕਿ ਇਹ ਇੱਕ ਵੇਰੀਏਬਲ ਦਾ ਫੰਕਸ਼ਨ ਹੈ ਜਦੋਂ x y ਨੂੰ t ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਸੋ ਉਹ ਕੰਪੋਜ਼ਿਟ ਫਾਰਮੂਲਾ ਅਸੀਂ del f ਓਵਰ del x dx ਓਵਰ dt ਲਿਖਿਆ ਹੈ ਅਤੇ ਇਸੇ ਤਰ੍ਹਾਂ। ਅਤੇ ਹੁਣ ਅਸੀਂ ਇਸ ਨੂੰ ਕੰਪਿਊਟ ਕਰਾਂਗੇ। ਇੱਥੇ a dx ਓਵਰ dt ਹੈ ਤਾਂ x x0 + th ਸੀ। dx ਓਵਰ dt ਦਾ ਮਤਲਬ ਹੈ ਕਿ ਇੱਥੇ ਸਿਰਫ h ਹੀ ਰਹੇਗਾ, ਇਸ ਲਈ ਇਹ h ਹੈ। ਇਹ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਹੈ ਜੋ ਅਸੀਂ ਲਿਖਿਆ ਹੈ ਜਿਵੇਂ ਕਿ ਇਹ ਇੱਥੇ ਹੈ, ਸਾਨੂੰ k ਪ੍ਰਾਪਤ ਹੋਵੇਗਾ t ਦੇ ਸੰਬੰਧ ਵਿੱਚ ਡੈਰੀਵੇਟਿਵ y ਜੋ ਕਿ k ਹੋਵੇਗਾ। ਅਤੇ ਫਿਰ del ਓਵਰ del y, ਇਸ ਲਈ del ਓਵਰ del y। ਅਤੇ ਸਾਡੇ ਕੋਲ ਸਿਰਫ ਹੈ ਕਿਉਂਕਿ ਇਹ del ਓਵਰ del x on f ਅਤੇ del ਓਵਰ del y on f ਸੀ, ਇਸ ਲਈ x y ਪੁਆਇੰਟ ਉੱਤੇ ਉਹ f ਅਸੀਂ ਹੁਣੇ ਬਾਹਰ ਲਿਖਿਆ ਹੈ। ਮੈਨੂੰ ਇਸ ਨੂੰ ਮਿਟਾਉਣ ਦਿਓ। ਅਸੀਂ ਸਿਰਫ ਇਹ f ਲਿਖਿਆ ਹੈ, ਇਸ ਦਾ ਅਰਥ ਇੱਥੇ ਹੈ h ਅਤੇ del f ਓਵਰ del x ਐਟ ਦਾ ਪੁਆਇੰਟ x y ਜਾਂ ਇਹ x0 + th y0 tk ਪੁਆਇੰਟ ਪਲਸ k ਅਤੇ ਦੁਬਾਰਾ ਇੱਥੇ del f ਓਵਰ del y। ਇਸੇ ਤਰ੍ਹਾਂ ਅਸੀਂ ਸੈਕਿੰਡ ਆਰਡਰ ਡੈਰੀਵੇਟਿਵ ਕੰਪਿਊਟ ਕਰ ਸਕਦੇ ਹਾਂ। ਇੱਥੇ ਸਾਡੇ ਕੋਲ ਫਸਟ ਆਰਡਰ ਟਰਮ ਹੈ ਇਸ h ਦੇ ਨਾਲ। ਇਹ ਇੱਥੇ h ਸੀ ਅਤੇ ਇਹ ਇੱਥੇ k ਸੀ। ਅਸੀਂ ਹੁਣ ਕੰਪਿਊਟ ਕਰਾਂਗੇ ਇਸ ਟਰਮ ਦਾ ਸੈਕਿੰਡ ਆਰਡਰ ਡੈਰੀਵੇਟਿਵ। h ਉਸੇ ਤਰ੍ਹਾਂ ਹੀ ਰਹੇਗਾ ਅਤੇ del f ਓਵਰ del x ਦਾ ਡੈਰੀਵੇਟਿਵ ਦੁਬਾਰਾ ਉਹੀ ਚੇਨ ਫਾਰਮੂਲਾ ਵਰਤਿਆ ਜਾਵੇਗਾ x ਦੇ ਸੰਬੰਧ ਵਿੱਚ ਇਸ ਦਾ ਪਾਰਸ਼ਲ ਡੈਰੀਵੇਟਿਵ। ਦੁਬਾਰਾ ਇਸ ਲਈ ਡਬਲ ਡੈਰੀਵੇਟਿਵ। ਅਤੇ ਇੱਥੇ ਦੁਬਾਰਾ dx dt ਟਰਮ ਆਵੇਗੀ ਫਿਰ h ਫਿਰ ਪਲਸ y ਦੇ ਸੰਬੰਧ ਵਿੱਚ f ਦਾ ਪਾਰਸ਼ਲ ਡੈਰੀਵੇਟਿਵ, ਇਸ ਲਈ ਇਹ ਪਹਿਲਾਂ ਹੀ x ਦੇ ਸੰਬੰਧ ਵਿੱਚ ਸੀ ਸਾਡੇ ਕੋਲ y ਅਤੇ x ਲਈ ਸੈਕਿੰਡ ਆਰਡਰ ਪਾਰਸ਼ਲ ਡੈਰੀਵੇਟਿਵ ਹੈ। ਅਤੇ ਫਿਰ ਇਹ k ਆਵੇਗਾ ਕਿਉਂਕਿ ਸਾਡੇ ਕੋਲ dy ਓਵਰ dt ਟਰਮ ਹੋ ਸਕਦੀ ਹੈ। ਅਸੀਂ ਇਸ ਚੇਨ ਰੂਲ ਦੀ ਦੁਬਾਰਾ ਵਰਤੋਂ ਕੀਤੀ ਹੈ ਇਸ del f ਓਵਰ del x ਤੋਂ ਅਤੇ ਇਸੇ ਤਰ੍ਹਾਂ del f ਓਵਰ del y ਲਈ ਜੋ ਕਿ ਇੱਥੇ ਦਿੱਤੀ ਗਈ ਟਰਮ ਹੈ। ਇਸ ਲਈ ਇਸ ਨੂੰ ਹੋਰ ਸਪਸ਼ਟ ਕਰਨ ਲਈ ਦੁਬਾਰਾ ਇਹ ਟਰਮ ਹੈ ਜਦੋਂ ਅਸੀਂ del f ਓਵਰ del x ਦਾ ਡੈਰੀਵੇਟਿਵ ਲੈਂਦੇ ਹਾਂ। ਅਤੇ ਫਿਰ ਇਹ h ਪਹਿਲਾਂ ਹੀ ਇੱਥੇ ਸੀ, ਇੱਥੇ k ਉੱਥੇ ਸੀ ਅਤੇ ਇਹ ਟਰਮ ਹੈ ਜੋ ਅਸੀਂ ਇੱਥੇ ਕੰਪਿਊਟ ਕੀਤੀ ਹੈ d ਓਵਰ dx ਆਫ del f ਓਵਰ del y t ਦੇ ਸੰਬੰਧ ਵਿੱਚ। ਇੱਥੇ ਅਸੀਂ ਇਸ ਚੇਨ ਰੂਲ ਦੀ ਦੁਬਾਰਾ ਵਰਤੋਂ ਕੀਤੀ ਹੈ ਤਾਂ ਕਿ ਇਸ ਸੈਕਿੰਡ ਆਰਡਰ ਡੈਰੀਵੇਟਿਵ ਦੇ x ਦੇ ਸੰਬੰਧ ਵਿੱਚ ਦੁਬਾਰਾ ਪਾਰਸ਼ਲ ਅਤੇ ਫਿਰ dx ਓਵਰ dt ਜੋ h ਬਣਦਾ ਹੈ ਅਤੇ ਫਿਰ y ਦੇ ਸੰਬੰਧ ਵਿੱਚ ਇਸ ਦਾ ਪਾਰਸ਼ਲ ਡੈਰੀਵੇਟਿਵ ਅਤੇ ਫਿਰ dy ਓਵਰ dt ਜੋ ਕਿ ਹੈ ਸਹੀ ਹੈ। ਅਤੇ ਫਿਰ ਅਸੀਂ ਇਸ ਨੂੰ ਹੋਰ ਆਸਾਨ ਫੋਰਮ ਵਿੱਚ ਲਿਖਿਆ ਹੈ h ਸਕੁਏਅਰ ਅਤੇ ਫਿਰ ਇਹ hk ਅਤੇ kh ਵੀ ਇਹ ਮੰਨਦੇ ਹੋਏ ਕਿ ਇਹ ਸੈਕਿੰਡ ਆਰਡਰ ਪਾਰਸ਼ਲ ਡੈਰੀਵੇਟਿਵਜ਼ ਇਕੁਅਲ ਹਨ, ਇਸ ਲਈ ਸਾਡੇ ਕੋਲ 2 ਟਾਈਮਸ ਇਹ hk ਅਤੇ ਸੈਕਿੰਡ ਆਰਡਰ ਮਿਕਸਡ ਆਰਡਰ ਡੈਰੀਵੇਟਿਵ ਹੈ ਪਲਸ k ਸਕੁਏਅਰ ਅਤੇ ਸੈਕਿੰਡ ਆਰਡਰ ਟਰਮ ਇੱਥੇ। ਅਤੇ ਫਿਰ ਅਸੀਂ ਥਰਡ ਆਰਡਰ ਟਰਮ ਨੂੰ ਵੀ ਕੰਪਿਊਟ ਕਰ ਸਕਦੇ ਹਾਂ, ਇਸ ਲਈ ਇਹ ਠੀਕ ਹੈ ਕਿ ਇਸ ਤੋਂ ਪਹਿਲਾਂ ਅਸੀਂ ਥਰਡ ਆਰਡਰ ਟਰਮ ਨੂੰ ਕੰਪਿਊਟ ਕਰੀਏ। ਅਸੀਂ ਇਸ ਨੂੰ ਥੋੜਾ ਹੋਰ ਸੁਵਿਧਾਜਨਕ ਫੋਰਮ ਵਿੱਚ ਲਿਖਿਆ ਹੈ ਕਿ ਇਹ h ਸਕੁਏਅਰ 2hk ਪਲਸ k ਸਕੁਏਅਰ ਹੈ h ਪਲਸ k ਹੋਲ ਸਕੁਏਅਰਡ ਟਰਮ। ਅਤੇ ਸਾਡੇ ਕੋਲ ਨੋਟੇਸ਼ਨਲ ਕਨਵੀਨੀਅੰਸ ਵੀ ਹੈ ਕਿਉਂਕਿ ਇੱਥੇ ਸਾਡੇ ਕੋਲ ਇਹ ਹੈ ਜਿਵੇਂ ਕਿ del 2 ਇੱਥੇ ਸੈਕਿੰਡ ਆਰਡਰ ਟਰਮ ਹੈ, ਇਹ ਵੀ ਇਹ ਮਿਕਸਡ ਟਰਮ ਹੈ ਜਿਵੇਂ hk ਇੱਥੇ ਇਹ y ਟਰਮ ਸੈਕਿੰਡ ਆਰਡਰ ਟਰਮ, ਸੋ ਉਹ ਵੀ ਅਸੀਂ ਇਸ ਪੈਰੇਂਥੇਸਿਸ ਦੇ ਅੰਦਰ ਲਿਖਿਆ ਹੈ। ਇਸ ਸਕੁਏਅਰ ਦਾ ਮਤਲਬ ਹੋਵੇਗਾ h ਸਕੁਏਅਰ ਸੈਕਿੰਡ ਆਰਡਰ ਪਾਰਸ਼ਲ ਡੈਰੀਵੇਟਿਵ ਇਸ ਦਾ ਹੋਲ ਸਕੁਏਅਰ ਨਹੀਂ ਹੈ ਪਰ x ਦੇ ਸੰਬੰਧ ਵਿੱਚ ਇਸ ਦਾ ਸੈਕਿੰਡ ਆਰਡਰ ਡੈਰੀਵੇਟਿਵ ਹੈ।
ਫਿਰ k ਸਕੁਏਅਰ ਅਤੇ y ਦੇ ਸੰਬੰਧ ਵਿੱਚ ਸੈਕਿੰਡ ਆਰਡਰ ਡੈਰੀਵੇਟਿਵ ਅਤੇ ਫਿਰ 2 ਟਾਈਮਸ hk ਅਤੇ ਮਿਕਸਡ ਆਰਡਰ ਡੈਰੀਵੇਟਿਵਜ਼। ਇਸ ਲਈ ਸਾਨੂੰ ਇਹ ਸਮਝਣਾ ਪਏਗਾ ਕਿ ਇਹ ਹੋਲ ਸਕੁਏਅਰ ਸੱਚਮੁੱਚ ਇਹਨਾਂ ਦੋ ਟਰਮਜ਼ ਦਾ ਸਕੁਏਅਰ ਨਹੀਂ ਹੈ। ਇੱਥੇ ਇਸ ਦਾ ਅਰਥ ਸੈਕਿੰਡ ਆਰਡਰ ਪਾਰਸ਼ਲ ਡੈਰੀਵੇਟਿਵਜ਼ ਦੇ ਰੂਪ ਵਿੱਚ ਹੈ। ਇਸੇ ਤਰ੍ਹਾਂ ਅਸੀਂ ਥਰਡ ਆਰਡਰ ਡੈਰੀਵੇਟਿਵ ਨੂੰ ਕੰਪਿਊਟ ਕਰ ਸਕਦੇ ਹਾਂ। ਮੈਂ ਹੁਣ ਇਸ ਦੀ ਵਿਆਖਿਆ ਨਹੀਂ ਕਰਨ ਜਾ ਰਿਹਾ ਹਾਂ h ਸਕੁਏਅਰ ਟਰਮ ਲਈ। ਸਾਡੇ ਕੋਲ ਦੁਬਾਰਾ ਇੱਥੇ ਹੈ, ਸਾਨੂੰ ਇਹ ਚੇਨ ਰੂਲ ਦੁਬਾਰਾ ਇੱਥੇ ਵਰਤਣਾ ਹੋਵੇਗਾ ਅਤੇ ਇੱਥੇ ਇਹਨਾਂ ਸਾਰੀਆਂ ਤਿੰਨ ਟਰਮਜ਼ h ਸਕੁਏਅਰ ਨਾਲ a ਪਹਿਲੀ ਟਰਮ ਵਿੱਚੋਂ ਹੈ, ਫਿਰ hk ਅਤੇ k ਸਕੁਏਅਰ ਤੱਕ ਅਤੇ ਇਸੇ ਤਰ੍ਹਾਂ। ਅਤੇ ਦੁਬਾਰਾ ਸਿੰਪਲੀਫਾਈਡ ਫੋਰਮ ਵਿੱਚ ਅਸੀਂ ਇਸ ਨੂੰ ਲਿਖਿਆ ਹੈ, ਇਸ ਲਈ ਇੱਥੇ 3 ਟਾਈਮਸ h ਸਕੁਏਅਰ k ਦਿਖਾਈ ਦੇ ਰਿਹਾ ਹੈ। ਸਾਡੇ ਕੋਲ h ਸਕੁਏਅਰ k ਹੈ ਅਤੇ ਫਿਰ ਇੱਥੇ ਵੀ ਸਾਡੇ ਕੋਲ h ਸਕੁਏਅਰ k ਹੈ। ਇਹ ਇਹਨਾਂ ਥਰਡ ਆਰਡਰ ਡੈਰੀਵੇਟਿਵ ਦੀ ਕੰਟੀਨਿਊਇਟੀ ਨੂੰ ਮੰਨ ਕੇ ਅਸੀਂ ਇਹ ਮੰਨ ਸਕਦੇ ਹਾਂ ਕਿ x 2 ਟਾਈਮਸ ਦੇ ਸੰਬੰਧ ਵਿੱਚ ਇਹ ਪਾਰਸ਼ਲ ਡੈਰੀਵੇਟਿਵ ਅਤੇ ਫਿਰ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਜਾਂ ਫਸਟ ਪਾਰਸ਼ਲ ਡੈਰੀਵੇਟਿਵ y ਅਤੇ ਫਿਰ x ਦੇ ਸੰਬੰਧ ਵਿੱਚ 2 ਟਾਈਮਸ ਉਹ ਇਕੁਅਲ ਹਨ। ਇਸ ਲਈ ਉਹਨਾਂ ਨੂੰ ਇਕੁਅਲ ਸਮਝਦੇ ਹੋਏ ਸਾਡੇ ਕੋਲ ਇਹ ਟਰਮਜ਼ ਹਨ ਅਤੇ ਅਸੀਂ ਦੁਬਾਰਾ ਆਸਾਨ ਕਰਨ ਲਈ ਲਿਖਿਆ ਹੈ ਕਿਉਂਕਿ ਇਹ h ਕਿਊਬ ਦੇ ਰੂਪ ਵਿੱਚ ਕਿਊਬਿਕ ਟਰਮ ਦੀ ਤਰ੍ਹਾਂ ਹੈ। 3h ਸਕੁਏਅਰ k 3hk ਸਕੁਏਅਰ ਅਤੇ k ਕਿਊਬ ਹੈ। ਅਸੀਂ ਇਸ ਨੂੰ ਦੁਬਾਰਾ ਜੋੜਿਆ ਹੈ। ਇਹਨਾਂ ਥਰਡ ਆਰਡਰ ਡੈਰੀਵੇਟਿਵਜ਼ ਟਰਮਜ਼ ਨੂੰ ਇਸ ਕਿਊਬਡ ਟਰਮ ਵਿੱਚ ਇਸ ਪੁਆਇੰਟ ਤੇ ਇਹ f ਹੁਣ ਅਸੀਂ ਟੇਲਰਜ਼ ਥਿਓਰਮ ਦੀ ਵਰਤੋਂ ਕਰਾਂਗੇ। phi t ਦੇ ਲਈ phi ਇੱਕ ਵੇਰੀਏਬਲ ਦਾ ਫੰਕਸ਼ਨ ਹੈ। ਇਸ ਲਈ ਇਹ ਟੇਲਰਜ਼ ਥਿਓਰਮ ਲਈ ਦੁਬਾਰਾ ਇੱਕ ਵੇਰੀਏਬਲ ਕੇਸ ਹੈ, ਜਿਸ ਦੇ ਅਨੁਸਾਰ phi t ਹੋਵੇਗਾ phi 0 t phi ਪ੍ਰਾਈਮ 0 ਅਤੇ ਇਸੇ ਤਰ੍ਹਾਂ ਅਤੇ ਥਰਡ ਆਰਡਰ ਟਰਮ ਤੱਕ t ਕਿਊਬ ਜਾਂ ਫੈਕਟੋਰੀਅਲ 3। ਇਸ ਲਈ ਅਸੀਂ ਇਸ ਨੂੰ ਕਿਸੇ ਵੀ ਆਰਡਰ ਟਰਮ ਤੱਕ ਵਧਾ ਸਕਦੇ ਹਾਂ। ਇਸ ਲਈ phi ਥਰਡ ਆਰਡਰ ਡੈਰੀਵੇਟਿਵ ਅਤੇ ਥੀਟਾ t ਅਤੇ ਹੁਣ ਅਸੀਂ ਇੱਥੇ ਇਸ t ਨੂੰ 1 ਦੇ ਇਕੁਅਲ ਸਬਸਟੀਟਿਊਟ ਕਰਾਂਗੇ ਕਿਉਂਕਿ t 0 ਤੋਂ 1 ਵਿੱਚ ਵੇਰੀ ਕਰਦਾ ਹੈ। ਇਹ ਇਸ t ਦੀ ਕਿਸੇ ਵੀ ਵੈਲਿਊ ਲਈ ਸਹੀ ਹੈ। ਇਸ ਲਈ ਅਸੀਂ t ਨੂੰ 1 ਦੇ ਇਕੁਅਲ ਲਿਆ ਹੈ ਅਤੇ ਫਿਰ ਅਸੀਂ ਪ੍ਰਾਪਤ ਕਰਦੇ ਹਾਂ ਇੱਥੇ ਕੇਵਲ ਥੀਟਾ। ਇਸ ਲਈ ਹੁਣ ਅਸੀਂ ਇਸ phi ਨੂੰ ਸਬਸਟੀਟਿਊਟ ਕਰਾਂਗੇ ਜਿਸ ਨੂੰ ਅਸੀਂ ਕੰਪਿਊਟ ਕੀਤਾ ਹੈ। phi t ਇਹ phi ਪ੍ਰਾਈਮ phi ਡਬਲ ਪ੍ਰਾਈਮ ਸੀ ਅਤੇ ਇਸ ਤਰ੍ਹਾਂ ਅਤੇ ਇਹ ਇੱਕ ਵੇਰੀਏਬਲ ਦੀ ਟੇਲਰਜ਼ ਥਿਓਰਮ ਦੇ ਕਾਰਨ ਸੀ ਅਤੇ ਫਿਰ ਅਸੀਂ ਹੁਣ ਸਬਸਟੀਟਿਊਟ ਕਰ ਸਕਦੇ ਹਾਂ। ਇਸ ਲਈ 1 ਤੇ phi ਇਸ ਲਈ 1 ਉੱਤੇ phi ਦਾ ਮਤਲਬ ਹੈ ਕਿ t ਨੂੰ ਇੱਥੇ 1 ਵਜੋਂ ਸਬਸਟੀਟਿਊਟ ਕੀਤਾ ਜਾਵੇਗਾ। ਇਸ ਲਈ ਇਹ t 1 ਹੋਵੇਗਾ। ਸਾਨੂੰ phi f x 0 ਪਲਸ h ਅਤੇ y 0 ਪਲਸ k ਇਹ ਟਰਮ phi 0 ਮਿਲੇਗੀ। ਇਸ ਲਈ ਜਦੋਂ t 0 ਹੈ, ਸਾਡੇ ਕੋਲ x 0 y 0 ਟਰਮ ਹੈ ਅਤੇ ਫਿਰ ਇੱਥੇ 0 ਤੇ phi ਪ੍ਰਾਈਮ। ਇਸ ਲਈ phi ਪ੍ਰਾਈਮ ਇੱਥੇ ਹੈ ਅਤੇ 0 ਤੇ ਦਾ ਮਤਲਬ ਹੈ x 0 ਅਤੇ y 0 ਪੁਆਇੰਟ a ਇੱਥੇ ਪੈਰੇਂਥੇਸਿਸ h ਪਾਰਸ਼ਲ ਡੈਰੀਵੇਟਿਵ ਫਸਟ ਆਰਡਰ ਪਾਰਸ਼ਲ ਡੈਰੀਵੇਟਿਵਜ਼ ਵਿੱਚ ਹੈ ਅਤੇ ਇਸ ਦਾ ਮੁਲਾਂਕਣ x 0 y 0 ਪੁਆਇੰਟ ਤੇ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਕਿੰਡ ਆਰਡਰ ਟਰਮ ਲਈ ਦੁਬਾਰਾ t ਨੂੰ 0 ਤੇ ਸੈੱਟ ਕੀਤਾ ਜਾਵੇਗਾ ਤਾਂ ਸਾਡੇ ਕੋਲ ਇਹ x 0 y 0 ਪੁਆਇੰਟ ਹੋਵੇਗਾ ਅਤੇ ਇਸ ਇੱਕ ਲਈ ਇੱਥੇ ਥਰਡ ਡੈਰੀਵੇਟਿਵ ਨੂੰ ਥੀਟਾ ਪੁਆਇੰਟ ਵਜੋਂ ਕੰਪਿਊਟ ਕੀਤਾ ਜਾਵੇਗਾ। ਇਸ ਲਈ ਇੱਥੇ t ਨੂੰ ਇਸ ਥੀਟਾ ਦੁਆਰਾ ਬਦਲਿਆ ਜਾਵੇਗਾ ਥੀਟਾ ਦੁਆਰਾ ਅਤੇ ਫਿਰ ਸਾਡੇ ਕੋਲ ਇਹ ਥਰਡ ਆਰਡਰ ਟਰਮ ਹੈ। ਇਸ ਲਈ x 0 ਪਲਸ ਥੀਟਾ h ਅਤੇ y 0 ਪਲਸ ਥੀਟਾ k ਅਤੇ ਇਹ ਉਹ ਨਤੀਜਾ ਹੈ ਜੋ ਅਸੀਂ ਇਸ ਦੇ ਲਈ ਪ੍ਰੂਵ ਕਰਨਾ ਚਾਹੁੰਦੇ ਹਾਂ। ਦੋ ਵੇਰੀਏਬਲਸ ਦੇ ਫੰਕਸ਼ਨਸ ਲਈ ਟੇਲਰਜ਼ ਥਿਓਰਮ ਅਤੇ ਆਮ ਤੌਰ ਤੇ ਵੀ ਅਸੀਂ ਇਸ ਐਕਸਪੈਂਸ਼ਨ ਨੂੰ ਐਕਸਟੈਂਡ ਕਰ ਸਕਦੇ ਹਾਂ ਇਸ ਇੱਕ ਵੇਰੀਏਬਲ ਦੇ ਟੇਲਰਜ਼ ਥਿਓਰਮ ਵਿੱਚ ਅਤੇ ਫਿਰ ਸਾਡੇ ਕੋਲ ਦੋ ਵੇਰੀਏਬਲਸ ਦੇ ਲਈ ਵੀ ਹੋ ਸਕਦਾ ਹੈ। ਆਮ ਤੌਰ ਤੇ ਸਾਡੇ ਕੋਲ ਇਹ ਨਤੀਜਾ ਹੈ ਕਿ x 0 ਪਲਸ h ਅਤੇ y 0 ਪਲਸ k ਅਤੇ ਅਸੀਂ ਇਸ ਨੂੰ ਇਸ ਤਰ੍ਹਾਂ ਜਾਰੀ ਰੱਖ ਸਕਦੇ ਹਾਂ ਸਕੁਏਅਰ ਟਰਮ ਕਿਊਬਿਕ ਟਰਮ ਅਤੇ ਫਿਰ ਸਾਡੇ ਕੋਲ ਇਹ n ਆਰਡਰ ਪਾਰਸ਼ਲ ਡੈਰੀਵੇਟਿਵਜ਼ ਟਰਮਜ਼ ਹਨ ਅਤੇ ਫਿਰ ਇਹ ਰੀਮਾਈਂਡਰ ਟਰਮ ਹੈ ਜਿੱਥੇ ਸਾਡੇ ਕੋਲ ਇਹ ਜਨਰਲ ਵੇਰੀਏਬਲ ਹੈ ਇਹ x 0 ਪਲਸ ਥੀਟਾ h y 0 ਪਲਸ ਥੀਟਾ k ਜਿੱਥੇ ਥੀਟਾ 0 ਅਤੇ 1 ਦੇ ਵਿਚਕਾਰ ਹੈ। ਇਸ ਲਈ ਇੱਥੇ ਇਹ ਆਰਗਿਊਮੈਂਟ ਇਸ ਤੋਂ ਵੱਖਰੀ ਹੁੰਦੀ ਹੈ x 0 ਜੋ ਇਸ x 0 ਪਲਸ h ਅਤੇ ਇੱਥੇ ਵੀ ਇਹ ਵੱਖਰਾ ਹੈ ਜੋ y 0 ਤੋਂ y 0 ਪਲਸ k ਜਦੋਂ ਥੀਟਾ 0 ਤੋਂ 1 ਤੱਕ ਅਲੱਗ ਹੁੰਦਾ ਹੈ ਅਤੇ ਵਿਕਲਪਿਕ ਤੌਰ ਤੇ ਅਸੀਂ ਇਹ ਵੀ ਕਰ ਸਕਦੇ ਹਾਂ ਇਸ ਐਕਸਪ੍ਰੈਸ਼ਨ ਨੂੰ f(x, y) f(x0) ਦੇ ਰੂਪ ਵਿੱਚ ਲਿਖੋ ਸਿਰਫ ਇੱਥੇ ਡਿਫਰੈਂਸ ਹੈ ਇਹ x 0 ਪਲਸ h ਸੀ ਅਤੇ ਹੁਣ ਸਾਡੇ ਕੋਲ ਇੱਥੇ xy ਪੁਆਇੰਟ ਹੈ। ਇਸ ਲਈ ਇਹ ਡਿਫਰੈਂਸ ਦੁਬਾਰਾ ਫਿਰ ਇਹ h ਹੋਰ ਕੁਝ ਨਹੀਂ ਬਲਕਿ ਇੱਥੇ ਡਿਫਰੈਂਸ x 0 ਪਲਸ h ਅਤੇ x 0 ਇੱਥੇ ਵੀ ਹੁਣ ਇਹ
h ਅਤੇ x0 ਦੇ ਅੰਤਰ ਦੇ ਰੂਪ ਵਿੱਚ ਹੋ ਜਾਵੇਗਾ, ਜਿਸ ਦਾ ਅਰਥ ਹੈ x ਮਾਈਨਸ x0। ਇਸ ਲਈ ਬਿਲਕੁਲ ਸਾਡੇ ਕੋਲ ਇਹ ਇੱਥੇ h ਵਰਗਾ ਹੈ। ਇੱਥੇ ਵੀ ਸਾਡੇ ਕੋਲ ਇਹ h ਹੈ, ਅਤੇ ਕਿਉਂਕਿ ਇਹ ਸਿਰਫ ਇਸ x0 ਪਲਸ h ਅਤੇ ਇਸ x0 ਟਰਮ ਦਾ ਡਿਫਰੈਂਸ ਸੀ ਕਿ h ਉੱਥੇ ਦਿਖਾਈ ਦੇ ਰਿਹਾ ਸੀ, ਪਰ ਇਸ ਕੇਸ ਵਿੱਚ ਜਦੋਂ ਅਸੀਂ ਲਿਆ ਹੈ xy ਪੁਆਇੰਟ x0 y0 ਦੇ ਨੇਬਰਹੁੱਡ ਵਿੱਚ, ਫਿਰ ਇਹ h ਦੀ ਜਗ੍ਹਾ ਇੱਥੇ ਡਿਫਰੈਂਸ ਲਿਖੋ x ਅਤੇ ਇਹ x0 x ਮਾਈਨਸ x0, ਇੱਥੇ ਦੁਬਾਰਾ ਇਹ y ਮਾਈਨਸ y0 ਇੱਥੋਂ, ਅਤੇ ਇਸ ਤਰ੍ਹਾਂ ਇਸ ਤੇ ਬਾਕੀ ਸਭ ਕੁਝ ਉਹੀ ਹੋਵੇਗਾ, ਸਿਰਫ ਇਹ h ਇੱਥੇ ਇਸ ਤਰ੍ਹਾਂ ਹੋਵੇਗਾ ਕਿ ਇਹ ਥੀਟਾ h ਸੀ, ਥੀਟਾ x ਮਾਈਨਸ x0 ਅਤੇ y0 ਪਲਸ ਥੀਟਾ ਕਿ ਇਹ y ਮਾਈਨਸ y0 ਟਰਮ ਹੈ, ਬਾਕੀ ਸਭ ਕੁਝ ਉਹੀ ਰਹੇਗਾ। ਸਾਡੇ ਕੋਲ ਹੁਣ ਇਹਨਾਂ ਟੇਲਰਜ਼ ਐਕਸਪੈਂਸ਼ਨ ਤੇ ਆਧਾਰਿਤ ਕੁਝ ਪ੍ਰਸ਼ਨ ਹਨ। ਪਹਿਲਾ, ਫੰਕਸ਼ਨ ਦਾ ਕੁਆਡਰੈਟਿਕ ਪੋਲੀਨੋਮੀਅਲ ਅਪਰੋਕਸੀਮੇਸ਼ਨ ਪਤਾ ਕਰਨਾ ਹੈ। ਇਹ f(x, y) ਇਕੁਅਲ ਟੂ x ਮਾਈਨਸ y ਓਵਰ x ਪਲਸ y ਹੈ, ਅਤੇ ਅਸੀਂ ਇਸ ਨੂੰ ਐਕਸਪੈਂਡ ਕਰਨਾ ਚਾਹੁੰਦੇ ਹਾਂ ਸਿਰਫ ਇਸ ਪੁਆਇੰਟ 1 ਦੇ ਆਸ-ਪਾਸ ਦਾ ਕੁਆਡਰੈਟਿਕ ਪੋਲੀਨੋਮੀਅਲ। ਇਸ ਲਈ ਅਸੀਂ ਇੱਥੇ ਹੋਲ ਟੇਲਰਜ਼ ਥਿਓਰਮ ਨਹੀਂ ਲਿਖ ਰਹੇ, ਪਰ ਸਿਰਫ ਕੁਆਡਰੈਟਿਕ ਪੋਲੀਨੋਮੀਅਲ ਟਰਮ ਜਿਸ ਦਾ ਅਸੀਂ ਅਨੁਮਾਨ ਲਗਾਉਣਾ ਚਾਹੁੰਦੇ ਹਾਂ। ਇਸ ਲਈ ਜਦੋਂ ਅਸੀਂ ਲੈਂਦੇ ਹਾਂ ਇਹ ਸਾਡੇ ਫਾਰਮੂਲੇ ਵਿੱਚ, ਜੇਕਰ ਅਸੀਂ ਵਾਪਸ ਜਾਂਦੇ ਹਾਂ ਇਸ ਇੱਕ ਤੱਕ, ਜੇਕਰ ਅਸੀਂ ਇਸ x0 y0 ਪੁਆਇੰਟ ਤੇ ਲਿਖਦੇ ਹਾਂ ਤਾਂ ਇਹ ਇੱਥੇ ਇਸ ਪੁਆਇੰਟ ਤੱਕ ਟੇਲਰਜ਼ ਪੋਲੀਨੋਮੀਅਲ ਦੀ ਤਰ੍ਹਾਂ ਹੈ, ਅਤੇ ਜੇ ਅਸੀਂ ਇਸ ਨੂੰ ਸ਼ਾਮਿਲ ਕਰਦੇ ਹਾਂ ਤਾਂ ਅਸੀਂ ਇਸ ਨੂੰ ਟੇਲਰਜ਼ ਥਿਓਰਮ ਜਾਂ ਟੇਲਰਜ਼ ਰਿਜ਼ਲਟ ਕਹਿੰਦੇ ਹਾਂ, ਜਿਸ ਵਿੱਚ ਰੀਮਾਈਂਡਰ ਟਰਮ ਵੀ ਸ਼ਾਮਿਲ ਹੈ। ਪਰ ਜੇ ਅਸੀਂ ਇਸ ਰੀਮਾਈਂਡਰ ਟਰਮ ਨੂੰ ਛੱਡ ਦਿੰਦੇ ਹਾਂ ਤਾਂ ਇਹ ਇਸ ਦਾ ਅਪਰੋਕਸੀਮੇਸ਼ਨ ਹੋਵੇਗਾ f ਇਸ ਪੁਆਇੰਟ ਤੇ, ਜੋ ਕਿ ਇਸ x0 y0 ਪੁਆਇੰਟ ਦੇ ਨੇਬਰਹੁੱਡ ਵਿੱਚ ਹੈ। ਇਸ ਲਈ ਇਹ ਟੇਲਰਜ਼ ਪੋਲੀਨੋਮੀਅਲ, ਜੇ ਅਸੀਂ ਇਸ n ਨੂੰ ਫਿਕਸ ਕਰਦੇ ਹਾਂ ਅਤੇ ਇਹ Rn ਟਰਮ ਨਹੀਂ ਲਿਖਦੇ, ਇੱਥੇ ਅਸੀਂ ਇਸ ਫੰਕਸ਼ਨ ਦੇ ਕੁਆਡਰੈਟਿਕ ਪੋਲੀਨੋਮੀਅਲ ਅਤੇ ਇਸ ਪੁਆਇੰਟ x0 y0 ਵਿੱਚ ਦਿਲਚਸਪੀ ਰੱਖਦੇ ਹਾਂ। ਅਸੀਂ x ਦੇ ਸੰਬੰਧ ਵਿੱਚ ਇਸ ਦਾ ਪਾਰਸ਼ਲ ਡੈਰੀਵੇਟਿਵ ਪ੍ਰਾਪਤ ਕਰਨਾ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ x ਦੇ ਸੰਬੰਧ ਵਿੱਚ ਇਸ ਨੂੰ ਡਿਫਰੈਂਸ਼ੀਏਟਿੰਗ ਕਰ ਰਹੇ ਹੋਵੋਗੇ y ਨੂੰ ਕੋਨਸਟੈਂਟ ਮੰਨਦੇ ਹੋਏ। ਇੱਥੇ ਇਹ ਕੋਸ਼ੰਟ ਰੂਲ, ਉੱਥੇ ਹੋਲ ਸਕੁਏਅਰ ਟਰਮ, ਅਤੇ ਇਹ ਟਰਮ ਇਵੇਂ ਹੀ ਰਹਿੰਦੀ ਹੈ, ਅਤੇ x ਦੇ ਸੰਬੰਧ ਵਿੱਚ ਇਸ ਨਿਊਮਰੇਟਰ ਟਰਮ ਦਾ ਪਾਰਸ਼ਲ ਡੈਰੀਵੇਟਿਵ ਜੋ ਕਿ 1 ਹੈ, ਅਤੇ ਫਿਰ ਸਾਡੇ ਕੋਲ ਮਾਈਨਸ ਟਰਮ x ਮਾਈਨਸ y ਹੈ, ਅਤੇ x ਦੇ ਸੰਬੰਧ ਵਿੱਚ ਇਸ ਟਰਮ ਦਾ ਇਹ ਪਾਰਸ਼ਲ ਡੈਰੀਵੇਟਿਵ ਹੈ ਜੋ ਦੁਬਾਰਾ 1 ਹੈ। ਅਤੇ ਜਦੋਂ ਅਸੀਂ ਇਸ ਨੂੰ ਸਰਲ ਬਣਾਉਂਦੇ ਹਾਂ, ਇਹ ਇੱਥੇ 2y ਟਰਮ ਹੈ, ਇਸ ਲਈ 2y ਓਵਰ x ਪਲਸ y ਹੋਲ ਸਕੁਏਅਰ, ਅਤੇ ਫਿਰ ਇਸ ਪੁਆਇੰਟ 1 ਤੇ ਅਸੀਂ ਇਸ ਦਾ ਮੁਲਾਂਕਣ ਕਰ ਸਕਦੇ ਹਾਂ। ਇਹ 2 ਓਵਰ 2 ਸਕੁਏਅਰ ਇਜ਼ 1 ਓਵਰ 2 ਹੈ, ਇਸ ਲਈ ਸਾਡੇ ਕੋਲ ਇੱਥੇ 1 ਓਵਰ 2 ਟਰਮ ਹੈ। ਫਿਰ ਪਾਰਸ਼ਲ ਡੈਰੀਵੇਟਿਵ ਇਸੇ ਤਰ੍ਹਾਂ y ਦੇ ਸੰਬੰਧ ਵਿੱਚ, ਇਸ ਲਈ ਦੁਬਾਰਾ ਅਸੀਂ ਇੱਥੇ ਆਵਾਂਗੇ ਮਾਈਨਸ 2x ਓਵਰ x ਪਲਸ y ਸਕੁਏਅਰ, ਅਤੇ ਅਸੀਂ ਇਸ ਨੂੰ ਇੱਕ ਪੁਆਇੰਟ ਉੱਤੇ ਕੰਪਿਊਟ ਕਰ ਸਕਦੇ ਹਾਂ ਜੋ ਸਾਨੂੰ ਮਾਈਨਸ ਹਾਫ ਦਿੰਦਾ ਹੈ। ਇਸੇ ਤਰ੍ਹਾਂ ਸਾਨੂੰ ਚਾਹੀਦਾ ਹੈ, ਕਿਉਂਕਿ ਕੁਆਡਰੈਟਿਕ ਟਰਮ ਲਈ ਸਾਨੂੰ ਘੱਟੋ ਘੱਟ ਲੋੜ ਹੈ। ਸਾਨੂੰ ਸੈਕਿੰਡ ਆਰਡਰ ਟਰਮ ਤੇ ਜਾਣ ਦੀ ਜ਼ਰੂਰਤ ਹੈ, ਇਸ ਲਈ f(x) ਸਾਨੂੰ ਇੱਥੇ x ਦੇ ਸੰਬੰਧ ਵਿੱਚ ਦੁਬਾਰਾ ਡੈਰੀਵੇਟਿਵ ਲੈਣਾ ਪਏਗਾ, ਜਿਸ ਨਾਲ y ਨੂੰ ਕੋਨਸਟੈਂਟ ਮੰਨ ਕੇ 2y ਨੂੰ ਕੋਨਸਟੈਂਟ ਮੰਨਿਆ ਜਾਵੇਗਾ। ਸਾਡੇ ਕੋਲ 1 ਓਵਰ x ਪਲਸ y ਹੋਲ ਸਕੁਏਅਰ ਹੈ, ਅਤੇ ਜਦੋਂ ਅਸੀਂ x ਦੇ ਸੰਬੰਧ ਵਿੱਚ ਡੈਰੀਵੇਟਿਵ ਲੈਂਦੇ ਹਾਂ ਤਾਂ ਇਹ ਮਾਈਨਸ 2 ਓਵਰ x ਪਲਸ y ਕਿਊਬ ਹੋਵੇਗਾ। ਮਾਈਨਸ 2 ਅਤੇ ਇਹ 2y ਮਾਈਨਸ 4 ਅਤੇ x ਪਲਸ y ਪਾਵਰ 3 ਬਣ ਜਾਵੇਗਾ, ਅਤੇ ਦੁਬਾਰਾ ਇਸ ਪੁਆਇੰਟ 1 ਤੇ ਇਹ ਮਾਈਨਸ ਹਾਫ ਹੋ ਜਾਵੇਗਾ। ਇਸੇ ਤਰ੍ਹਾਂ f(y) ਜਦੋਂ ਅਸੀਂ ਇਸ ਨੂੰ y ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਅਸੀਂ ਇੱਥੇ ਪ੍ਰਾਪਤ ਕਰਾਂਗੇ 4x ਓਵਰ x ਪਲਸ y ਕਿਊਬ, ਜਿਸ ਦੀ ਵੈਲਿਊ 1 ਤੇ ਦੁਬਾਰਾ ਹਾਫ ਹੈ, ਅਤੇ ਅਸੀਂ x ਅਤੇ y ਨੂੰ 1 ਵਜੋਂ ਸਬਸਟੀਟਿਊਟ ਕਰਦੇ ਹਾਂ ਤਾਂ ਤੁਸੀਂ ਉੱਥੇ ਹਾਫ ਪ੍ਰਾਪਤ ਕਰੋਗੇ। ਅਤੇ ਮਿਕਸਡ ਆਰਡਰ ਟਰਮ ਇਸ ਲਈ ਕਿ ਅਸੀਂ ਇਸ ਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ ਕਿ f(x) ਜੋ 2y ਓਵਰ x ਪਲਸ y ਸਕੁਏਅਰ ਟਰਮ ਦੇ ਇਕੁਅਲ ਹੈ y ਦੇ ਸੰਬੰਧ ਵਿੱਚ। ਅਸੀਂ ਇਹ ਟਰਮ y ਦੇ ਸੰਬੰਧ ਵਿੱਚ ਇੱਥੇ ਡਿਫਰੈਂਸ਼ੀਏਟ ਕਰ ਸਕਦੇ ਹਾਂ 2x ਮਾਈਨਸ 2y ਅਤੇ x ਪਲਸ y ਪਾਵਰ 3 ਪ੍ਰਾਪਤ ਕਰਨ ਲਈ, ਅਤੇ ਦੁਬਾਰਾ ਸਾਨੂੰ ਇਸ ਨੂੰ ਪੁਆਇੰਟ 1 ਤੇ ਕੰਪਿਊਟ ਕਰਨ ਦੀ ਲੋੜ ਹੈ, ਇਸ ਲਈ ਸਾਨੂੰ 0 ਮਿਲੇਗਾ, ਕਿਉਂਕਿ ਜਦੋਂ ਅਸੀਂ ਉੱਥੇ 1 ਨੂੰ ਸਬਸਟੀਟਿਊਟ ਕਰਦੇ ਹਾਂ 2 ਮਾਈਨਸ 2 ਜੋ ਕਿ 0 ਬਣ ਜਾਵੇਗਾ। ਇੱਥੇ ਸਾਡੇ ਕੋਲ ਹੁਣ ਹੈ f(x) ਜਿਸ ਦਾ ਅਸੀਂ 1 ਤੇ ਮੁਲਾਂਕਣ ਕੀਤਾ ਹੈ ਜੋ 1 ਤੇ 1/2 fy ਹੈ, ਇਹ ਮਾਈਨਸ 1/2 f(x) x ਸੈਕਿੰਡ ਆਰਡਰ ਟਰਮ, ਇਹ ਮਾਈਨਸ 1/2 ਅਤੇ ਇਸ ਤਰ੍ਹਾਂ ਹੈ। ਇਸ ਲਈ
ਸੈਕਿੰਡ ਆਰਡਰ ਪੋਲੀਨੋਮੀਅਲ ਜਿਵੇਂ ਕਿ ਮੈਂ ਕਿਹਾ ਸੀ ਕਿ ਅਸੀਂ ਸਿਰਫ ਸੈਕਿੰਡ ਆਰਡਰ ਟਰਮ ਤੱਕ ਜਾਵਾਂਗੇ, ਇਸ ਲਈ ਸਾਡੇ ਕੋਲ f11 ਹੈ। 1 ਤੇ x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਅਤੇ ਫਿਰ x-1 ਇੱਥੋਂ ਤੋਂ ਇੱਥੇ ਤੱਕ ਇਹ ਫਸਟ ਆਰਡਰ ਟਰਮਜ਼ ਹਨ, ਇਸ ਲਈ fx at 11 x-1 ਹੈ। ਇਹ ਡਿਫਰੈਂਸ ਦੁਬਾਰਾ fy11 ਦੇ ਰੂਪ ਵਿੱਚ ਅਤੇ ਫਿਰ ਸਾਡੇ ਕੋਲ y-1 ਦੁਬਾਰਾ ਇੱਥੇ ਡਿਫਰੈਂਸ ਹੈ। ਫਿਰ ਸਾਡੇ ਕੋਲ ਸੈਕਿੰਡ ਆਰਡਰ ਟਰਮ ਹੈ ਇਸ 1/2 ਦੇ ਨਾਲ ਜੋ ਕਿ 1/2 ਹਾਇਰ ਆਰਡਰ ਟਰਮ fx ਹੈ। ਅਤੇ ਫਿਰ ਇਹ h ਸਕੁਏਅਰ ਟਰਮ ਇਸ ਲਈ x-1 ਸਕੁਏਅਰ। ਅਤੇ ਇਹ 2 ਟਾਈਮਸ ਹੈ ਪਰ ਉਸ ਹਾਫ ਦੇ ਨਾਲ ਇਹ 1 ਬਣ ਜਾਵੇਗਾ ਹੁਣ, ਇਸ ਲਈ x-1 y-1 ਟਰਮ। ਅਤੇ ਫਿਰ ਇੱਥੇ ਸੈਕਿੰਡ ਆਰਡਰ ਟਰਮ ਜੋ y ਦੇ ਸੰਬੰਧ ਵਿੱਚ ਹੈ। ਅਤੇ ਫਿਰ ਸਾਡੇ ਕੋਲ y-1 ਹੋਲ ਸਕੁਏਅਰਡ ਟਰਮ ਹੈ। ਅਸੀਂ ਇਹਨਾਂ ਵੈਲਿਊ ਨੂੰ ਇੱਥੇ ਸਬਸਟੀਟਿਊਟ ਕਰ ਸਕਦੇ ਹਾਂ, f11 0 ਹੋਵੇਗਾ ਉਸ ਫੰਕਸ਼ਨ ਦੇ ਕਾਰਨ ਅਤੇ ਇੱਥੇ 1 ਤੇ fx ਹਾਫ ਸੀ, ਸਾਡੇ ਕੋਲ ਹਾਫ x-1 ਹੈ। ਇੱਥੇ ਦੁਬਾਰਾ ਸਾਡੇ ਕੋਲ ਮਾਈਨਸ ਹਾਫ ਅਤੇ y-1 ਹੈ। 1/2 ਅਤੇ fx x ਹਾਫ ਤਾਂ -1/4 x- ਹੋਲ ਸਕੁਏਅਰ ਬਣ ਜਾਵੇਗਾ। ਇਹ 0 ਹੋਵੇਗਾ ਕਿਉਂਕਿ ਇਹ ਮਿਕਸਡ ਆਰਡਰ ਟਰਮ 0 ਹੈ, ਇਸ ਲਈ ਇਹ 0 ਬਣ ਜਾਵੇਗਾ। ਅਤੇ ਫਿਰ ਸਾਡੇ ਕੋਲ ਇੱਥੇ ਦੁਬਾਰਾ 1/2 ਹੈ, ਸਾਡੇ ਕੋਲ 1/2 ਹੈ, ਇਸ ਲਈ 1/4 ਅਤੇ y-1 ਸਕੁਏਅਰ, ਇਸ ਲਈ ਇਹ ਕੁਆਡਰੈਟਿਕ ਪੋਲੀਨੋਮੀਅਲ ਹੈ ਜੋ ਕਿ ਇਸ 1 ਪੁਆਇੰਟ ਦੇ ਨੇਬਰਹੁੱਡ ਵਿੱਚ ਫੰਕਸ਼ਨ ਨੂੰ ਅਪਰੋਕਸੀਮੇਟ ਕਰ ਰਿਹਾ ਹੈ ਅਤੇ ਇਸ ਪੋਲੀਨੋਮੀਅਲ ਦੀ ਐਕੂਰੇਸੀ ਇਸ ਗੱਲ ਤੇ ਨਿਰਭਰ ਕਰੇਗੀ ਕਿ ਅਸੀਂ 1 ਪੁਆਇੰਟ ਤੋਂ ਕਿੰਨੀ ਦੂਰ ਹਾਂ। ਜੇਕਰ ਅਸੀਂ 1 ਦੇ ਬਹੁਤ ਨਜ਼ਦੀਕੀ ਨੇਬਰਹੁੱਡ ਵਿੱਚ ਹਾਂ ਤਾਂ ਇਹ ਸਾਨੂੰ ਫੰਕਸ਼ਨ ਦਾ ਬਹੁਤ ਵਧੀਆ ਅਪਰੋਕਸੀਮੇਸ਼ਨ ਦੇਵੇਗਾ। ਇੱਕ ਹੋਰ ਪ੍ਰਸ਼ਨ, ਜਦੋਂ ਸਾਡੇ ਕੋਲ ਇੱਥੇ ਫੰਕਸ਼ਨ ਹੁੰਦਾ ਹੈ x ਸਕੁਏਅਰ ਪਲਸ xy ਅਤੇ ਪਲਸ ਇਹ y ਸਕੁਏਅਰ, ਜਿਸ ਨੂੰ ਟੇਲਰਜ਼ ਪੋਲੀਨੋਮੀਅਲ ਦੁਆਰਾ ਲੀਨੀਅਰਲੀ ਅਪਰੋਕਸੀਮੇਟ ਕੀਤਾ ਜਾਂਦਾ ਹੈ, ਇਸ ਲਈ ਇਹ ਇੱਥੇ ਦਿੱਤਾ ਗਿਆ ਹੈ ਕਿ ਇਹ ਫੰਕਸ਼ਨ ਲੀਨੀਅਰਲੀ ਅਪਰੋਕਸੀਮੇਟ ਹੈ। ਇਸ ਪੁਆਇੰਟ 1 ਦੇ ਬਾਰੇ ਟੇਲਰਜ਼ ਪੋਲੀਨੋਮੀਅਲ ਦੁਆਰਾ ਅਤੇ ਹੁਣ ਅਸੀਂ ਇਸ ਅਪਰੋਕਸੀਮੇਸ਼ਨ ਵਿੱਚ ਮੈਕਸਿਮਮ ਐਰਰ ਦਾ ਪਤਾ ਲਗਾਉਣਾ ਚਾਹੁੰਦੇ ਹਾਂ। ਇੱਥੇ ਇਸ ਸਕੁਏਅਰ ਦੇ ਇੱਕ ਪੁਆਇੰਟ ਤੇ x-1 ਲੈਸ ਦੈਨ 0.1 ਅਤੇ y-1 ਲੈਸ ਦੈਨ 0.1 ਤਾਂ ਅਸੀਂ ਕੀ ਚਾਹੁੰਦੇ ਹਾਂ ਇੱਥੇ ਡਿਸਕਸ ਕਰਨਾ ਕਿ ਜੇ ਸਾਡੇ ਕੋਲ ਇਹ 1 ਪੁਆਇੰਟ ਹੋਵੇ ਉਦਾਹਰਨ ਲਈ ਅਤੇ ਅਸੀਂ ਇਸ ਪੁਆਇੰਟ ਦੇ ਆਸ-ਪਾਸ ਇਸ ਫੰਕਸ਼ਨ ਨੂੰ ਐਕਸਪੈਂਡ ਕਰ ਰਹੇ ਹਾਂ ਲੀਨੀਅਰ ਅਪਰੋਕਸੀਮੇਸ਼ਨ ਦੁਆਰਾ, ਇਸ ਲਈ ਸਿਰਫ ਲੀਨੀਅਰ ਟਰਮਜ਼ ਨੂੰ ਹੀ ਅਨੁਮਾਨ ਵਿੱਚ ਮੰਨਿਆ ਜਾਂਦਾ ਹੈ ਅਤੇ ਅਸੀਂ ਉਸ ਲੀਨੀਅਰ ਅਪਰੋਕਸੀਮੇਸ਼ਨ ਵਿੱਚ ਮੈਕਸਿਮਮ ਐਰਰ ਦਾ ਪਤਾ ਲਗਾਉਣਾ ਚਾਹੁੰਦੇ ਹਾਂ। ਜੇ ਅਸੀਂ ਇੱਥੇ ਕੋਈ ਪੁਆਇੰਟ ਲੈਂਦੇ ਹਾਂ ਇਸ ਪੁਆਇੰਟ ਦੁਆਰਾ ਇਸ ਪੁਆਇੰਟ 1 ਦੇ ਆਸ-ਪਾਸ ਇਸ ਸਕੁਏਅਰ ਦੇ ਵਿੱਚ, ਇਸ ਲਈ ਇਹ x ਇਹ ਇੱਥੇ ਪੁਆਇੰਟ 1 ਹੈ, ਇਹ ਪੁਆਇੰਟ 1 0.1 ਹੈ, ਜਾਂ ਹੋਲ h ਇੱਥੇ ਇੱਥੋਂ ਤੋਂ ਇੱਥੇ ਤੱਕ ਪੁਆਇੰਟ 2 ਹੈ। ਜੇ ਅਸੀਂ ਇਸ ਵਿੱਚੋਂ ਕੋਈ ਵੀ ਪੁਆਇੰਟ ਲੈਂਦੇ ਹਾਂ ਇਸ ਪੁਆਇੰਟ ਦੇ ਆਸ-ਪਾਸ ਨੇਬਰਹੁੱਡ ਸਕੁਏਅਰ ਅਤੇ ਇਸ ਫੰਕਸ਼ਨ ਦੇ ਉਸ ਲੀਨੀਅਰ ਅਪਰੋਕਸੀਮੇਸ਼ਨ ਵਿੱਚ ਮੈਕਸਿਮਮ ਐਰਰ ਕੀ ਹੋਵੇਗਾ ਜਿਸ ਦਾ ਅਸੀਂ ਮੁਲਾਂਕਣ ਕਰਨਾ ਚਾਹੁੰਦੇ ਹਾਂ। ਸੋ ਇਸ ਕੇਸ ਵਿੱਚ ਅਸੀਂ ਡਾਇਰੈਕਟਲੀ ਰੀਮਾਈਂਡਰ ਟਰਮ ਦੀ ਵਰਤੋਂ ਕਰਾਂਗੇ, ਇਸ ਲਈ ਸਾਡੇ ਕੋਲ fx xy ਹੈ ਜਿਵੇਂ ਕਿ ਅਸੀਂ ਇੱਥੋਂ ਕੰਪਿਊਟ ਕਰ ਸਕਦੇ ਹਾਂ, ਇਹ 2x ਹੈ। x ਦੇ ਸੰਬੰਧ ਵਿੱਚ ਇਸ f ਦਾ ਪਾਰਸ਼ਲ ਡੈਰੀਵੇਟਿਵ ਹੈ, ਇਹ 2x ਪਲਸ y ਅਤੇ fyx ਪਲਸ 2y ਹੋਵੇਗਾ ਦੁਬਾਰਾ। ਦੂਸਰੀ ਆਰਡਰ ਟਰਮਜ਼ ਇੱਥੇ ਸਿਰਫ 2 ਹੋਵੇਗਾ ਅਤੇ ਉੱਥੇ y ਦੇ ਸੰਬੰਧ ਵਿੱਚ ਇਹ ਦੁਬਾਰਾ 2 ਹੋਵੇਗਾ। ਮਿਕਸਡ ਟਰਮ ਦੇ ਨਾਲ ਸਾਡੇ ਕੋਲ 1 ਹੋਵੇਗਾ ਅਤੇ ਫਿਰ ਰੀਮਾਈਂਡਰ ਜੋ ਕਿ ਇਸ ਲੀਨੀਅਰ ਟਰਮਜ਼ ਦੇ ਬਾਅਦ ਲਿਖਿਆ ਗਿਆ ਹੈ, ਇਸ ਲਈ ਕੁਆਡਰੈਟਿਕ ਟਰਮ ਰੀਮਾਈਂਡਰ ਬਣ ਜਾਵੇਗੀ। ਇਹ ਉਹੀ ਰੀਮਾਈਂਡਰ ਹੈ ਜਿਸ ਬਾਰੇ ਅਸੀਂ ਪਹਿਲਾਂ ਚਰਚਾ ਕੀਤੀ ਹੈ ਅਤੇ ਜਿਸ ਨੂੰ ਅਸੀਂ ਇਸ ਰੂਪ ਵਿੱਚ ਲਿਖ ਸਕਦੇ ਹਾਂ x-1 ਹੋਲ ਸਕੁਏਅਰ ਅਤੇ ਇਹ ਸੈਕਿੰਡ ਆਰਡਰ ਟਰਮ fx x ਹੋਵੇਗੀ 2 ਟਾਈਮਸ fx-1 y-1 ਮਿਕਸਡ ਆਰਡਰ ਟਰਮ ਅਤੇ y-1 ਸਕੁਏਅਰ ਅਤੇ ਫਿਰ ਸਾਡੇ ਕੋਲ ਇੱਥੇ ਹੋਵੇਗਾ ਦੁਬਾਰਾ y ਦੇ ਸੰਬੰਧ ਵਿੱਚ ਸੈਕਿੰਡ ਆਰਡਰ ਟਰਮ। ਇਹ ਸਾਰੇ ਸੈਕਿੰਡ ਆਰਡਰ ਡੈਰੀਵੇਟਿਵਜ਼ ਨੂੰ ਅਸੀਂ ਪਹਿਲਾਂ ਹੀ ਕੰਪਿਊਟ ਕੀਤਾ ਹੈ ਅਤੇ ਉਹ ਅਸਲ ਵਿੱਚ ਇਸ ਕੇਸ ਵਿੱਚ ਕੋਨਸਟੈਂਟ ਹਨ, ਇਸ ਲਈ ਸਾਡੇ ਕੋਲ ਇੱਥੇ 2 ਅਤੇ ਇੱਥੇ ਸਾਡੇ ਕੋਲ 1 ਅਤੇ ਫਿਰ 2 ਹਨ, ਇਸ ਲਈ ਇਸ ਨੂੰ ਸਬਸਟੀਟਿਊਟ ਕਰਨ ਤੋਂ ਬਾਅਦ ਸਾਡੇ ਕੋਲ ਹੈ ਇਹ ਰੀਮਾਈਂਡਰ ਟਰਮ। ਅਤੇ ਹੁਣ ਇਹ ਦਿੱਤਾ ਗਿਆ ਹੈ ਕਿ ਇਹ x-1.1 ਤੋਂ ਘੱਟ ਹੈ ਅਤੇ y-1.1 ਤੋਂ ਘੱਟ ਹੈ। ਅਸੀਂ ਉਹਨਾਂ ਟਰਮਜ਼ ਨੂੰ ਲਿਖ ਸਕਦੇ ਹਾਂ ਇੱਥੇ ਹੁਣ ਇਹ ਅਪਰੋਕਸੀਮੇਸ਼ਨ ਪ੍ਰਾਪਤ ਕਰਨ ਲਈ ਕਿ r1 ਲੈਸ ਦੈਨ ਜਾਂ ਇਕੁਅਲ ਟੂ ਹੋਵੇਗਾ, ਅਸੀਂ ਇੱਥੇ ਮੈਕਸਿਮਮ ਐਰਰ ਲਿਖਿਆ ਹੈ।
ਜੋ ਕਿ 0.1 ਅਤੇ ਇਹ x-1 ਹੈ, ਇਸ ਲਈ ਇੱਥੇ 0.1 ਸਕੁਏਅਰ, ਦੁਬਾਰਾ ਇਹ ਪ੍ਰੋਡਕਟ ਆਵੇਗਾ। ਅਤੇ 0.1, ਇਸ ਲਈ 3 ਟਾਈਮਸ ਇਹ 0.1 ਸਕੁਏਅਰ ਜੋ ਕਿ 0.03 ਹੋਵੇਗਾ। ਇੱਥੇ ਆਖਰੀ ਪ੍ਰਸ਼ਨ, ਇਸ ਲਈ, ਸਾਡੇ ਕੋਲ ਇਸ ਫੰਕਸ਼ਨ cos x plus y ਦੇ ਇਸ ਥਰਡ ਆਰਡਰ ਟਰਮਜ਼ ਤੱਕ ਡੈਰੀਵੇਟਿਵਜ਼ ਨੂੰ ਸ਼ਾਮਿਲ ਕਰਨ ਵਾਲੇ ਇਸ 0.00 ਬਾਰੇ ਟੇਲਰਜ਼ ਫਾਰਮੂਲਾ ਹੈ। ਦੁਬਾਰਾ ਇਹ ਟੇਲਰਜ਼ ਥਿਓਰਮ ਹੈ ਜਿਸ ਵਿੱਚ ਇਹ ਰੀਮਾਈਂਡਰ ਟਰਮ ਸ਼ਾਮਿਲ ਹੈ। ਅਤੇ ਅਸੀਂ ਇੱਥੇ ਇਹਨਾਂ ਥਰਡ ਆਰਡਰ ਟਰਮਜ਼ ਨੂੰ ਕੰਸੀਡਰ ਕੀਤਾ ਹੈ। ਸਾਨੂੰ ਇਸ f00 ਨੂੰ ਕੰਪਿਊਟ ਕਰਨ ਦੀ ਲੋੜ ਹੈ, ਜੋ ਇਸ ਕੇਸ ਵਿੱਚ 1 ਹੈ, ਇਸ ਲਈ cos 1 ਹੋਵੇਗਾ ਅਤੇ ਫਿਰ ਫਸਟ ਆਰਡਰ ਡੈਰੀਵੇਟਿਵਜ਼ ਸਾਨੂੰ ਇਸ f(x) ਲਈ ਕੰਪਿਊਟ ਕਰਨਾ ਪਏਗਾ, ਇਹ ਮਾਈਨਸ ਹੈ, ਕਿਉਂਕਿ ਇਹ cos ਮਾਈਨਸ sin x plus y ਦੇਵੇਗਾ। ਅਤੇ ਫਿਰ ਦੁਬਾਰਾ 00 ਤੇ ਇਹ y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਹੋਵੇਗਾ ਜੋ ਦੁਬਾਰਾ sin ਹੋਵੇਗਾ ਅਤੇ ਇਹ ਉੱਥੇ 0 ਹੋ ਜਾਵੇਗਾ। ਇਸੇ ਤਰ੍ਹਾਂ ਇੱਥੇ ਸੈਕਿੰਡ ਆਰਡਰ ਡੈਰੀਵੇਟਿਵਜ਼ sin cos ਬਣ ਜਾਵੇਗਾ। ਅਤੇ ਫਿਰ ਸਾਡੇ ਕੋਲ ਮਾਈਨਸ cos x plus y ਹੈ ਜਿਸ ਦਾ ਅਸੀਂ ਇਸ 00 ਪੁਆਇੰਟ ਤੇ ਮੁਲਾਂਕਣ ਕਰ ਸਕਦੇ ਹਾਂ ਅਤੇ ਇਹ ਸਾਨੂੰ -1 ਦੇਵੇਗਾ। ਥਰਡ ਆਰਡਰ ਡੈਰੀਵੇਟਿਵਜ਼ ਇਸੇ ਤਰ੍ਹਾਂ, ਅਸੀਂ ਦੁਬਾਰਾ sin x plus y ਤੇ ਵਾਪਸ ਆਵਾਂਗੇ। ਥਰਡ ਆਰਡਰ ਡੈਰੀਵੇਟਿਵ ਲਈ ਸਾਨੂੰ θx ਪੁਆਇੰਟ ਤੇ ਕੰਪਿਊਟ ਕਰਨਾ ਹੋਵੇਗਾ, ਇਸ ਲਈ θx ਪੁਆਇੰਟ ਤੇ ਇਹ ਬਣ ਜਾਵੇਗਾ θx plus θy ਦੇ ਰੂਪ ਵਿੱਚ। ਹੁਣ ਅਸੀਂ ਇਸ ਐਕਸਪੈਂਸ਼ਨ ਵਿੱਚ ਇੱਥੇ ਸਬਸਟੀਟਿਊਟ ਕਰ ਸਕਦੇ ਹਾਂ। ਅਸੀਂ 1 ਪ੍ਰਾਪਤ ਕਰਾਂਗੇ ਇਹ 0 ਸੀ ਆਰਡਰ ਫਸਟ ਆਰਡਰ ਡੈਰੀਵੇਟਿਵ ਟਰਮ ਅਤੇ ਦੁਬਾਰਾ ਇੱਥੇ ਇੱਕ ਵੈਲਿਊ ਸੀ। ਫਿਰ ਸਾਡੇ ਕੋਲ sin ਹੈ ਥਰਡ ਆਰਡਰ ਡੈਰੀਵੇਟਿਵ। ਇਸ ਟਰਮ ਵਿੱਚ, ਸਾਡੇ ਕੋਲ sin θx plus θy ਹੈ। ਇਸ ਤਰ੍ਹਾਂ ਸਿੰਪਲੀਕੇਸ਼ਨ ਤੋਂ ਬਾਅਦ, ਸਾਨੂੰ 1 - ax plus y ਹੋਲ ਸਕੁਏਅਰ ax plus y ਹੋਲ ਕਿਊਬ ਮਿਲੇਗਾ। ਫਿਰ ਇਹ sin ਹੈ ਕਿਉਂਕਿ ਇਹ ਵੀ ਕਾਮਨ ਸੀ, sin θx plus θy। ਅਸੀਂ ਦੋ ਵੇਰੀਏਬਲਸ ਦੇ ਫੰਕਸ਼ਨ ਲਈ ਇਹ ਟੇਲਰਜ਼ ਥਿਓਰਮ ਬਾਰੇ ਜਾਣਿਆ ਹੈ। ਅਤੇ ਇਸ ਕੇਸ ਵਿੱਚ ਅਸੀਂ ਇਹ ਦੇਖਿਆ ਹੈ ਕਿ ਇਹ ਕੇਵਲ ਇੱਕ ਵੇਰੀਏਬਲ ਦੇ ਇਹਨਾਂ ਫੰਕਸ਼ਨਸ ਦਾ ਐਕਸਟੈਨਸ਼ਨ ਹੈ। ਇਸ ਲਈ, ਇਹ 1 ਦੇ ਨੇਬਰਹੁੱਡ ਵਿੱਚ ਪੁਆਇੰਟ ਹੈ ਅਤੇ ਅਸੀਂ ਇਸ ਵੈਲਿਊ ਨੂੰ ਪ੍ਰਾਪਤ ਕਰਨ ਦੇ ਇਸ ਫੰਕਸ਼ਨ ਨੂੰ ਐਕਸਪੈਂਡ ਕਰ ਸਕਦੇ ਹਾਂ ਜਾਂ ਇਸ ਐਕਸਪੈਂਸ਼ਨ ਦੇ ਸੰਦਰਭ ਵਿੱਚ ਇਸ ਵੈਲਿਊ ਨੂੰ ਇੱਥੇ ਲਿਖ ਸਕਦੇ ਹਾਂ। ਇੱਥੇ ਫਸਟ ਆਰਡਰ ਟਰਮਜ਼ ਹਨ, ਸਾਡੇ ਕੋਲ h² 2hk ਦੇ ਨਾਲ ਦੂਸਰੀਆਂ ਆਰਡਰ ਟਰਮਜ਼ ਹਨ। ਇਸੇ ਤਰ੍ਹਾਂ, ਸਾਡੇ ਕੋਲ ਹੋਵੇਗਾ ਇਸ n ਤੱਕ ਹਾਇਰ ਆਰਡਰ ਡੈਰੀਵੇਟਿਵਜ਼। ਅਤੇ ਇਹ ਰੀਮਾਈਂਡਰ ਟਰਮ ਹੈ ਜੋ ਅਕਸਰ ਐਰਰ ਪ੍ਰਾਪਤ ਕਰਨ ਲਈ ਉਪਯੋਗੀ ਹੁੰਦੀ ਹੈ, ਜਾਂ ਅਪਰੋਕਸੀਮੇਸ਼ਨ ਵਿੱਚ ਐਰਰ ਦਾ ਐਸਟੀਮੇਸ਼ਨ। ਇਹ ਉਹ ਹਵਾਲੇ ਹਨ ਜਿਨ੍ਹਾਂ ਦੀ ਵਰਤੋਂ ਇਸ ਲੈਕਚਰ ਨੂੰ ਤਿਆਰ ਕਰਨ ਲਈ ਕੀਤੀ ਗਈ ਹੈ। ਤੁਹਾਡਾ ਧੰਨਵਾਦ।